ਹੈਲੋ एवरीवन ਵੈਲਕਮ ਯੂ ਆਲ ਇਨ ਯੂਰ ਓਨ ਚੈਨਲ ਲਰਨ ਐਵਰੀਥਿੰਗ। ਸੋ ਅਸੀਂ ਕੈਮਿਸਟਰੀ ਦਾ ਚੈਪਟਰ ਕਰ ਰਹੇ ਸੀ ਥਰਮੋਡਾਇਨਾਮਿਕਸ, ਜਿਹਦੇ ਵਿੱਚ ਆਪਾਂ ਇੰਟਰਨਲ ਐਨਰਜੀ, ਐਂਥੈਲਪੀ ਐਂਡ ਸਿਸਟਮ ਸਰਾਊਂਡਿੰਗ, ਸਟੇਟ ਫੰਕਸ਼ਨ ਸਾਰਾ ਕੁਝ ਕਾਫੀ ਕੁਝ ਸਮਝ ਲਿਆ ਹੋਇਆ, ਠੀਕ ਹੈ। ਸੋ ਨੈਕਸਟ ਜੋ ਸਾਡੇ ਸਿਲੇਬਸ 'ਚ ਮੈਂਸ਼ਨ ਹੈਗਾ ਦੈਟ ਇਜ਼ ਦਾ ਹੀਟ ਕਪੈਸਿਟੀ, ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਹੁਣ ਇਹਨੂੰ ਆਪਾਂ ਸਮਝਾਂਗੇ। ਦੇਖੋ ਜਿਹੜਾ ਹੀਟ ਚੇਂਜ ਹੁੰਦਾ ਹੈ ਇਨਟੂ ਦਾ ਸਿਸਟਮ ਅਪੇਅਰ ਐਜ਼ ਦਾ ਚੇਂਜ ਇਨ ਟੈਂਪਰੇਚਰ, ਹੈ ਨਾ। ਟੈਂਪਰੇਚਰ ਚੇਂਜ ਹੀ ਹੋ ਰਿਹਾ ਜੇ ਹੀਟ ਚੇਂਜ ਹੋ ਰਿਹਾ। ਇਫ ਦਾ ਸਿਸਟਮ ਐਬਜ਼ੋਰਬ ਹੀਟ, ਜਿਹੜਾ ਟੈਂਪਰੇਚਰ ਕੀ ਹੋ ਜਾਂਦਾ ਵੱਧ ਜਾਂਦਾ, ਜੇ ਕੋਈ ਚੀਜ਼ ਹੀਟ ਐਬਜ਼ੋਰਬ ਕਰਦੀ ਆ, ਕੋਈ ਸਿਸਟਮ ਐਬਜ਼ੋਰਬ ਕਰੇਗਾ ਤਾਂ ਟੈਂਪਰੇਚਰ ਵਧੇਗਾ। ਜੇ ਉਹ ਲੌਸ ਕਰਦੀ ਆ ਫਿਰ ਟੈਂਪਰੇਚਰ ਫਾਲ ਕਰੇਗਾ। ਸੋ ਇਹੀ ਜਿਹੜਾ ਇਨਕਰੀਜ਼ ਜਾਂ ਡਿਕਰੀਜ਼ ਹੋ ਰਿਹਾ ਟੈਂਪਰੇਚਰ ਦੇ ਵਿੱਚ, ਉਹ ਕਿਹਦੇ ਤੇ ਪ੍ਰਪੋਰਸ਼ਨਲ ਆ, ਕਿੰਨੀ ਹੀਟ ਟਰਾਂਸਫਰ ਹੋਈ। ਸੋ ਕਹਿ ਸਕਦੇ Q ਇਜ਼ ਇਕੁਅਲ ਟੂ ਕੋਫੀਸ਼ੀਐਂਟ ਇਨਟੂ ਡੈਲਟਾ T, ਮਤਲਬ ਕਿੰਨਾ ਹੀਟ ਦਾ ਟਰਾਂਸਫਰ ਹੋਇਆ ਡੈਲਟਾ T, ਵੇਅਰ Q ਇਜ਼ ਦਾ ਹੀਟ ਟਰਾਂਸਫਰ, ਡੈਲਟਾ T ਕਿੰਨਾ ਹੈ ਉਹ 'ਚ ਚੇਂਜ ਇਨ ਟੈਂਪਰੇਚਰ। ਐਂਡ ਦਾ ਮੈਗਨੀਟਿਊਡ ਆਫ ਕੋਫੀਸ਼ੀਐਂਟ ਇਹਦਾ ਡਿਪੈਂਡ ਕਰਦਾ ਉਹ ਸਾਈਜ਼, ਕੰਪੋਜੀਸ਼ਨ, ਨੇਚਰ ਕਿੱਦਾਂ ਦਾ ਸਿਸਟਮ ਦਾ। ਸੋ ਇੱਥੋਂ ਨੇ ਡਿਫਾਈਨ ਕੀਤਾ Q ਇਜ਼ ਇਕੁਅਲਸ ਟੂ C ਡੈਲਟਾ V। ਇੱਥੇ ਜਿਹੜਾ ਕੋਫੀਸ਼ੀਐਂਟ C ਆਉਂਦਾ ਨਾ, ਇਹਨੂੰ ਹੀ ਬੋਲਦੇ ਹੀਟ ਕਪੈਸਿਟੀ, ਠੀਕ ਹੈ। ਸੋ ਇਹ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤੁਹਾਨੂੰ। ਵੈਨ C ਇਜ਼ ਲਾਰਜ, ਮੰਨ ਲਓ ਬਹੁਤ ਜ਼ਿਆਦਾ C ਲਾਰਜ ਆ, ਇਹਦਾ ਮਤਲਬ ਕਿ ਗਿਵਨ ਅਮਾਊਂਟ ਆਫ ਹੀਟ ਰਿਜ਼ਲਟ ਇਨ ਓਨਲੀ ਸਮॉल ਰਾਈਜ਼ ਇਨ ਟੈਂਪਰੇਚਰ, ਮਤਲਬ ਥੋੜ੍ਹਾ ਜਿਹਾ ਟੈਂਪਰੇਚਰ ਵਧਿਆ। ਬਟ ਜੇ C ਸਮॉल ਆ ਤਾਂ ਇਹਦਾ ਮਤਲਬ ਕਿ ਲਾਰਜ ਰਾਈਜ਼ ਹੋਇਆ ਟੈਂਪਰੇਚਰ। ਸੋ ਇਫ ਦਾ ਹੀਟ ਕਪੈਸਿਟੀ ਆਫ ਦਾ ਸਬਸਟਾਂਸ, ਇਫ ਸਾਨੂੰ ਪਤਾ ਹੀਟ ਕਪੈਸਿਟੀ ਬਾਰੇ ਪਤਾ, ਠੀਕ ਹੈ। ਇਫ ਵੀ ਨੋ ਦਾ ਹੀਟ ਕਪੈਸਿਟੀ ਆਫ ਸਬਸਟਾਂਸ ਵੀ ਕੈਨ ਮੇਜ਼ਰ ਦਾ ਹੀਟ ਸਪਲਾਈਡ ਬਾਈ ਨੋਇੰਗ ਦਾ ਰਾਈਜ਼ ਇਨ ਟੈਂਪਰੇਚਰ। ਸੋ ਵਾਟਰ ਹੈਜ਼ ਦਾ ਲਾਰਜ ਹੀਟ ਕਪੈਸਿਟੀ ਐਂਡ ਦੇਅਰਫੋਰ ਲੋਟ ਆਫ ਐਨਰਜੀ ਇਜ਼ ਨੀਡਡ ਟੂ ਰਾਈਟ ਇਟਸ ਟੈਂਪਰੇਚਰ। ਸੋ ਟੈਂਪਰੇਚਰ ਵਧਾਉਣ ਲਈ ਬਹੁਤ ਸਾਰੀ ਸਾਨੂੰ ਐਨਰਜੀ ਦੀ ਜਿਹੜੀ ਆ ਲੋੜ ਹੁੰਦੀ ਹੈ। ਸੋ ਹੀਟ ਕਪੈਸਿਟੀ ਨੂੰ ਆਪਾਂ ਇੱਦਾਂ ਵੀ ਡਿਫਾਈਨ ਕੀਤਾ, ਕਿੰਨੀ ਅਮਾਊਂਟ ਆਫ ਹੀਟ ਚਾਹੀਦੀ ਆ ਟੂ ਰਾਈਜ਼ ਦਾ ਟੈਂਪਰੇਚਰ ਆਫ ਦਾ ਸਿਸਟਮ ਬਾਈ 1 ਡਿਗਰੀ। ਕਿਸੇ ਸਿਸਟਮ ਦਾ ਤੁਸੀਂ ਟੈਂਪਰੇਚਰ 1 ਡਿਗਰੀ ਵਧਾਉਣਾ, ਉਹ ਲਈ ਕਿੰਨੀ ਹੀਟ ਚਾਹੀਦੀ ਹੈ, ਦੈਟ ਇਜ਼ ਕਾਲਡ ਹੀਟ ਕਪੈਸਿਟੀ। ਇਹ ਡਾਇਰੈਕਟਡ ਕਈ ਵਾਰੀ ਨਾ ਪੇਪਰ 'ਚ ਪੁੱਛੀਆਂ ਜਾਂਦੀਆਂ ਸਾਰੀਆਂ ਚੀਜ਼ਾਂ। ਸੋ ਇਹ ਫਾਰਮੂਲਾ ਦੇਖੋ, ਹੀਟ ਕਪੈਸਿਟੀ ਕਿੰਨੀ, ਹੀਟ ਐਬਜ਼ੋਰਬ ਰਾਈਜ਼ ਕਰਨ ਲਈ ਟੈਂਪਰੇਚਰ, ਕਿਉਂਕਿ ਸਾਡੇ ਕੋਲ ਨੇ ਐਸੇ Q ਇਜ਼ ਇਕੁਅਲ ਟੂ C ਡੈਲਟਾ T, तो C ਕੀ ਆ ਗਿਆ Q अपॉन डेल्टा T। Q ਕੀ ਆ, ਕਿੰਨੀ ਹੀਟ ਐਬਜ਼ੋਰਬਰ, ਡੈਲਟਾ T ਚੇਂਜ ਇਨ ਟੈਂਪਰੇਚਰ। ਸੋ ਉਹੀ ਉੱਥੋਂ ਹੀ ਆਪਾਂ ਡਿਫਾਈਨ ਕੀਤਾ ਹੀਟ ਕਪੈਸਿਟੀ, ਠੀਕ ਹੈ। Q ਇਨ ਦਾ ਜੂਲ, T ਇਨ ਦੈਟ ਕੈਲਵਿਨ, ਸੋ ਜੂਲ ਪਰ ਕੈਲਵਿਨ ਇਹਦੇ ਯੂਨਿਟ ਹੋ ਗਏ। ਜਿੱਦਾਂ 98 ਜੇ ਕਿਲੋ ਜੂਲ ਹੀਟ ਸਪਲਾਈ ਕਰਦੇ ਇਥੇਨੋਲ, ਟੈਂਪਰੇਚਰ ਦਾ 2 ਕੈਲਵਿਨ ਰਾਈਜ਼ ਹੋ ਜਾਂਦਾ, ਯਾਨੀ ਕਿ ਉੱਥੇ ਹੀਟ ਕਪੈਸਿਟੀ ਕਿੰਨੀ ਹੈ 49 ਜੂਲ ਪਰ ਕੈਲਵਿਨ। ਸੋ ਇਹ ਡਿਪੈਂਡ ਕਿਤੇ ਕਰਦੀ ਹੈ, ਵੈਦਰ ਦਾ ਸੈਂਪਲ ਇਜ਼ ਮੇਨਟੇਨਡ ਐਟ ਕੌਂਸਟੈਂਟ ਵੋਲਿਊਮ, ਠੀਕ ਹੈ, ਜਾਂ ਫਿਰ ਕੌਂਸਟੈਂਟ ਪ੍ਰੈਸ਼ਰ। ਅਸੀਂ ਦੋ ਹੀ ਤਰ੍ਹਾਂ ਨੂੰ ਸਟੱਡੀ ਕਰਦੇ ਹਾਂ, ਹੀਟ ਕਪੈਸਿਟੀ ਡਿਟਰਮਾਈਨਡ ਐਟ ਕੌਂਸਟੈਂਟ ਵੋਲਿਊਮ ਜਾਂ ਫਿਰ ਐਟ ਕੌਂਸਟੈਂਟ ਪ੍ਰੈਸ਼ਰ। ਇਹ ਦੋਨੇ ਇੰਪੋਰਟੈਂਟ ਹੈ, ਜਾਂ ਰਿਲੇਸ਼ਨ ਵੀ ਬਹੁਤ ਇੰਪੋਰਟੈਂਟ ਆ। ਸਭ ਤੋਂ ਪਹਿਲਾਂ ਗੱਲ ਕਰਦੇ ਹੀਟ ਕਪੈਸਿਟੀ ਐਟ ਕੌਂਸਟੈਂਟ ਪ੍ਰੈਸ਼ਰ ਇਜ਼ ਮੋਰ ਕਾਮਨ ਦੈਨ ਦਾ ਹੀਟ ਕਪੈਸਿਟੀ ਐਟ ਕੌਂਸਟੈਂਟ ਵੋਲਿਊਮ। ਜਿਹੜੀ ਕੌਂਸਟੈਂਟ ਪ੍ਰੈਸ਼ਰ ਤੇ ਨਾ ਉਹ ਕਾਫੀ ਕਾਮਨ ਹੈਗੀ। ਫॉर ਸੋਲਿਡ ਐਂਡ ਲਿਕੁਇਡ ਦੇयर ਇਜ਼ ਨੋ ਮਚ ਡਿਫਰੈਂਸ ਬਿਟਵੀਨ ਦਾ ਸੋਲਿਡ ਤੇ ਲਿਕੁਇਡ ਲਈ ਕੋਈ ਖਾਸ ਡਿਫਰੈਂਸ ਨਹੀਂ ਹੁੰਦਾ, ਬਟ ਗੈਸਿਸ ਦੇ ਵਿੱਚ ਬਹੁਤ ਡਿਫਰੈਂਸ ਹੁੰਦਾ। ਇਫ ਵੀ ਚੇਂਜ ਦਾ ਟੈਂਪਰੇਚਰ ਆਫ ਸੈਂਪਲ ਫਰਮ ਇਨੀਸ਼ੀਅਲ ਟੈਂਪਰੇਚਰ Ti ਟੂ ਫਾਈਨਲ ਟੈਂਪਰੇਚਰ Tf, ਦੈਨ ਹੀਟ ਕਪੈਸਿਟੀ ਦੇ ਫਾਰਮੂਲੇ ਦੇ ਅਕੋਰਡਿੰਗ Q ਇਜ਼ ਇਕੁਅਲ ਟੂ CV ਡੈਲਟਾ T ਸੀਗਾ, ਡੈਲਟਾ T ਕੇ T ਫਾਈਨਲ ਮਾਈਨਸ T ਇਨੀਸ਼ੀਅਲ, ਠੀਕ ਹੈ। ਉੱਥੋਂ ਦੇਖੋ ਸਪੋਜ਼ ਇੱਕ ਪੀਸ ਆ ਮੈਟਲ ਦਾ, ਪਹਿਲਾਂ ਉਹਦੇ ਕੋਲ 6.80 ਜੂਲ ਹੀਟ ਸੀਗੀ, ਠੀਕ ਹੈ। ਸੌਰੀ ਰਿਕੁਆਇਰਡ, ਉਹਨੂੰ ਇੰਨੀ ਹੀਟ ਚਾਹੀਦੀ ਹੈ, ਟੈਂਪਰੇਚਰ ਨੇ ਰਾਈਜ਼ ਕਰਨਾ 1 ਡਿਗਰੀ, ਯਾਨੀ 1 ਡਿਗਰੀ ਟੈਂਪਰੇਚਰ ਵਧਾਉਣ ਲਈ ਕੌਂਸਟੈਂਟ ਵੋਲਿਊਮ ਤੇ ਉਹਨੂੰ ਇੰਨੀ ਹੀਟ ਚਾਹੀਦੀ ਹੈ। ਤੇ ਸਾਨੂੰ ਪਤਾ ਕਿ 1 ਡਿਗਰੀ ਟੈਂਪਰੇਚਰ ਵਧਾਉਣ ਲਈ 1 ਡਿਗਰੀ ਟੈਂਪਰੇਚਰ ਰਾਈਜ਼ ਕਰਨ ਲਈ ਜਿਹੜੀ ਹੀਟ ਚਾਹੀਦੀ ਹੁੰਦੀ ਦੈਟ ਇਜ਼ ਕਾਲਡ ਹੀਟ ਕਪੈਸਿਟੀ। ਜੇ ਕੌਂਸਟੈਂਟ ਵੋਲਿਊਮ ਤੇ C ਵੀ ਹੋ ਗਿਆ, ਸੋ ਇਹ C ਵੀ ਇਹਨੂੰ ਲਿਖ ਦਿੱਤਾ। ਦੂਸਰਾ, ਇਫ ਯੂ ਵਾਂਟ ਟੂ ਰਾਈਜ਼ ਦਾ ਟੈਂਪਰੇਚਰ ਆਫ ਪੀਸ ਆਫ ਮੈਟਲ 25 ਤੋਂ ਤੁਸੀਂ 100 ਡਿਗਰੀ ਸੈਲਸੀਅਸ ਜਾਣਾ, ਹੁਣ ਕਿੰਨੀ ਚਾਹੀਦੀ ਹੋਗੀ ਦੇਖੋ, 1 ਡਿਗਰੀ ਲਈ ਕਿੰਨਾ ਚਾਹੀਦਾ ਸੀ 6.80, 25 ਤੋਂ ਤੁਸੀਂ ਕਿੱਥੇ ਤੱਕ ਜਾਣਾ ਹੈਗਾ 100 ਤੱਕ ਜਾਣਾ, ਕਿੰਨਾ 75 ਡਿਗਰੀ ਲਈ ਕੱਢਣਾ, ਉਹਨੂੰ ਤੁਸੀਂ 75 ਨਾਲ ਕੀ ਕਰ ਦਿਓ ਮਲਟੀਪਲਾਈ ਕਰ ਦਿਓ। ਇਹ ਤੁਹਾਨੂੰ ਡਾਇਰੈਕਟ ਕੁਐਸਚਨ ਪੁੱਟ ਕੀਤੇ ਜਾ ਸਕਦੇ ਆ, ਕਿਉਂਕਿ ਹੀਟ ਕਪੈਸਿਟੀ ਤੁਹਾਨੂੰ ਇੱਦਾਂ ਦੇਗਾ ਹੈ ਨਾ ਕਿ 1 ਡਿਗਰੀ ਵਧਾਉਣ ਲਈ ਇੰਨਾ ਚਾਹੀਦਾ, ਤੁਸੀਂ 25 ਤੋਂ 100 ਜਾਣਾ, ਫਿਰ 25 ਤੋਂ 100 ਗੈਪ ਦੇਖ ਲਓ ਕਿੰਨੇ ਡਿਗਰੀ ਦਾ 75 ਡਿਗਰੀ ਦਾ। 1 ਡਿਗਰੀ ਵਧਾਉਣ ਲਈ 6.80 ਕਿਲੋ ਜੂਲ ਪਰ ਕੈਲਵਿਨ ਹੀਟ ਚਾਹੀਦੀ ਸੀ ਤੁਹਾਨੂੰ, ਤੇ 75 ਲਈ ਕਿੰਨੀ ਚਾਹੀਦੀ ਹੋਊਗੀ, ਉਹਨੂੰ ਮਲਟੀਪਲਾਈ ਕਰ ਦਿਓ, ਸਿੰਪਲ ਹੈਗਾ ਨਾ। ਨੈਕਸਟ ਹੈਗਾ ਮੋਰ ਹੀਟ ਇਜ਼ ਰਿਕੁਆਇਰਡ ਟੂ ਰਾਈਜ਼ ਦਾ ਟੈਂਪਰੇਚਰ ਆਫ ਲਾਰਜ ਸੈਂਪਲ ਆਫ ਸਬਸਟਾਂਸ ਬਾਈ 1 ਡਿਗਰੀ ਦੈਨ ਨੀਡਡ ਫॉर ਦਾ ਸਮॉल ਸੈਂਪਲ ਆਫ ਸੇਮ ਸਬਸਟਾਂਸ। ਸੋ ਜਿੰਨਾ ਸੈਂਪਲ ਵੱਡਾ ਹੋਏਗਾ ਉਨੀ ਜ਼ਿਆਦਾ ਹੀਟ ਚਾਹੀਦੀ ਹੋਗੀ। ਇਨ ਅਦਰ ਵਰਡ ਲਾਰਜ ਦਾ ਸੈਂਪਲ ਗ੍ਰੇਟਰ ਇਜ਼ ਹੀਟ ਕਪੈਸਿਟੀ। ਸੋ ਜਿੰਨਾ ਵੱਡਾ ਸੈਂਪਲ ਹੈਗਾ, ਜਿੰਨਾ ਸਾਈਜ਼ ਜ਼ਿਆਦਾ, ਉਨੀ ਹੀਟ ਕਪੈਸਿਟੀ ਵੀ ਕੀ ਹੋਏਗੀ ਜ਼ਿਆਦਾ, ਯਾਨੀ ਕਿ ਸਾਈਜ਼ 'ਤੇ ਵੀ ਡਿਪੈਂਡ ਕੀਤੀ ਹੈ, ਠੀਕ ਹੈ। ਸੋ ਇਟ ਇਜ਼ ਦੇਅਰ ਫॉर ਕਾਮਨ ਯੂਜ਼ ਫॉर ਸਪੈਸੀਫਿਕ ਹੀਟ ਕਪੈਸਿਟੀ, ਇਸ ਲਈ ਆਪਾਂ ਸਪੈਸੀਫਿਕ 1 ਡਿਗਰੀ ਲਈ ਜਿੱਦਾਂ ਯੂਜ਼ ਕਰ ਰਹੇ। ਹੀਟ ਰਿਕੁਆਇਰਡ ਟੂ ਰਾਈਜ਼ ਦਾ ਰਾਈਜ਼ ਦਾ ਟੈਂਪਰੇਚਰ 1 ਗ੍ਰਾਮ, ਮਤਲਬ ਅਸੀਂ ਇੱਥੇ ਸਪੈਸੀਫਿਕ ਵੈਲਿਊ ਕਰ ਲਈ 1 ਗ੍ਰਾਮ,
बाय 1 डिग्री। सो स्पैसीफाई कर दिता ना, क्योंकि सैंपल जिदा दा वधे जाएगा उदा चेंज हो जाएगी, इसलिए स्पैसीफाई कर दी कि यह सैंपल असी 1 ग्राम के लिए तो 1 डिग्री टैंपरेचर बढ़ाने लई दस रहे हैं। सो स्पैसीफिक हीट एब्जॉर्ब अपॉन जो राइज इन टैंपरेचर इनटू मास जो लै लिया वो इन्हें लै लिया ग्राम। सो इत्थे यूनिट चेंज हो गई जूल पर कैलविन पर ग्राम, ये स्पैसीफिक हीट आ गई। सो स्पैसीफिक हीट के दसा अमाउंट ऑफ हीट रिक्वायर्ड टू राइज द टैंपरेचर ऑफ 1 मोल ऑफ सबसटेंस बाय 1 डिग्री, उन्होंने आपा कह दिता मोलर हीट कैपेसिटी। सो जो आप मोलर की गल करनी 1 मोल ले लेना, स्पैसीफाई कर देना उन्होंने, ठीक है कि 1 मोल ले, ठीक है, सी एम इक्वल्स टू सी अपॉन एन ले लिया मोलर, ठीक है। सो इत्थे देखो मोलर मास ले लिया, जो आप स्पैसीफिक 1 ग्राम लिया सी पहला, ये देखो 1 ग्राम, हुण मोलर ली मोलर मास ले लेना जिन्ना मोलर मास हैगा, सिंपल है, ठीक है। मोलर हीट कैपेसिटी वाटर की हैगी यानी 1 मोल कड्ढी 75.4 किलो जूल पर मोल। सिंस द मोलर मास ऑफ वाटर 18 ग्राम पर मोल, द मोलर हीट कैपेसिटी ऑफ वाटर इज 18 टाइम। सो स्पैसीफिक हीट का कितना हो जाएगा 18 टाइम्स होएगी। सो दस रिलेशनशिप बिटवीन हीट कैपेसिटी, स्पैसीफिक हीट कैपेसिटी एंड मोलर हीट कैपेसिटी, तिन्ना च रिलेशन देखो ये पेपर पूछा जा सकता कि जी स्पैसीफिक हीट कैपेसिटी है की आ, सॉरी हीट कैपेसिटी की है, स्पैसीफिक हीट कैपेसिटी उहदे मास नाल मल्टीप्लाई कर दो, सिंपल आ। तो स्पैसीफिक हीट कैपेसिटी की है हीट कैपेसिटी डिवाइड बाय द मास। सो मोलर हीट कैपेसिटी की आ गई हीट कैपेसिटी अपॉन मोलर मास। सो मोलर हीट कैपेसिटी जी है वो आप लिख सकते हैं स्पैसीफिक हीट कैपेसिटी इंटू मोलर मास, सिंपल है ये रिलेशन तुसीं जिहड़े है याद रखने हैं। हीट सप्लाइड इक्वल टू मास इंटू स्पैसीफिक हीट इंटू राइज इंटू टैंपरेचर, ये भी तुसीं फॉर्मूला याद रखना है, ये फॉर्मूले अगे यूज होने हैं। द डिफरेंस बिटवीन हीट कैपेसिटी, स्पैसीफिक हीट कैपेसिटी एंड मोलर हीट कैपेसिटी, मान लो समझना तुसीं, मान लो एक पीस ले लिया कॉपर का, वेट है 5 किलोग्राम, 5 किलोग्राम सॉरी 5 ग्राम रिक्वायर हैगी 3.8 जूल ऑफ हीट, जो टैंपरेचर राइज करना 298 तो 300 तक जाना। पहला कट दे हीट कैपेसिटी, ठीक है, पहले देती कितनी चाहिए 3.85 अपॉन की करें आप 2 कैलविन लिए, पहला आप 2 कैलविन लिए देख रहे हैं 1.9 टू ले जाना 298 तो 300 तक, सो ये आ गया। बट जो स्पैसीफिक आ फिर तुहानूं स्पैसीफाई करना पैना नाल कितना मास हैगा, ठीक है। सो जो मोलर आ तो मोलर लिए नाल की कर दो मोलर मास कॉपर का 63.5 वो मल्टीप्लाई कर दो। हुण तुसीं देखना पेपर चो तुहानूं की पुछदा, जे सिंपल हीट कैपेसिटी पुछदा तो सिंपल फॉर्मूला लाओ, स्पैसीफिक लिए नीचे वो मास ना मल्टीप्लाई कर दो जिन्ना गिवन मास हैगा, जे तुहानूं मोलर पुछदा मोलर मास ना मल्टीप्लाई कर दो इनू। सो असीं देखो तो स्पैसीफिक हीट कैपेसिटी सेम देखो इन्नी की रही, स्पैसीफिक हीट कैपेसिटी मल्टीप्लाई कर दो मोलर मास ना, वो की बन जाती मोलर हीट कैपेसिटी। सो इत्थों तुहानूं एक होर रिलेशन पता चलिया होवेगा कि देखो ये एज इट इज़ हीट कैपेसिटी, सो स्पैसीफिक हीट कैपेसिटी नाल उहदे मास नाल मल्टीप्लाई कर दिता, यही डिफरेंस है इन्हां च, ये डिफरेंस असीं चंगी तरह समझना है। नैक्सट हैगी आ हीट कैपेसिटी जी वो एक एक्सटेंसिव प्रॉपर्टी है, बट जी स्पैसीफिक जो कर दी वो इंटेंसिव प्रॉपर्टी बन गई। जो स्पैसी पढ़िया सी ना आप जिदों आप स्पैसीफाई कर दें वो इंटेंसिव बन जाती, एक्सटेंसिव जो स्पैसीफाई कर दी मैं समझाया तुहानूं एक्सटेंसिव तो इंटेंसिव प्रॉपर्टी क्योंकि साडे सिलेबस भी है। सो फॉर थर्मोडायनामिक्स ये देखा गया कॉन्सटेंट वॉल्यूम तो ये इंटरनल एनर्जी का चेंज विद टैंपरेचर तो कॉन्सटेंट प्रैशर तो इंथैल्पी का चेंज विद रिस्पैक्ट टू टैंपरेचर, ये दोनों फॉर्मूले तुहाडे लई मोस्ट इंपॉर्टेंट है, ठीक है। ये दोनों तुहाडे अगे यूज होने देखो रिलेशन जो आप फाइंड आउट करना। हुण असीं पढ़िया सी वी जिहड़ा आ वॉल्यूम तो वो कितना चेंज है इंटरनल एनर्जी ना, सो इत्थों डेल्टा यूज इक्वल्स टू सी वी डेल्टा टी आ जाएगा। सो इत्थे देखो आ गया ये डेल्टा एच लिए आ गया सी पी डेल्टा टी, जो उपर होनी 2 फॉर्मूले कराए तो आप पढ़ के आए डेल्टा जी एच इज इक्वल्स टू डेल्टा यू प्लस पी डेल्टा वी, तो सानूं पता आइडल गैस इक्वेशन लिए पी वी इज इक्वल्स टू की हुंदा एन आर टी ई हुंदा, ठीक है। जे एन 1 कर देवां तो पी वी इज इक्वल्स टू की आ जाएगा आर टी, सो पी डेल्टा वी की आ जाएगा आर डेल्टा टी, ठीक है। वही किया पी डेल्टा वी इक्वल टू आर डेल्टा टी, ये देखो पी डेल्टा वी की जगह आर डेल्टा, आर तो कॉन्सटेंट ना उन्होंने डेल्टा लगेगा चेंज की हो रहा है टैंपरेचर। सो सारी वैल्यूज़ पुट कर दो डेल्टा यू दी डेल्टा एच दी सारी वैल्यूज़ इतने पुट कर दो। आर कॉमन सॉरी ना चो टी डेल्टा टी कैंसल, सी पी इज इक्वल टू सी वी प्लस आर यानी सी पी माइनस सी वी इक्वल टू आर। ये डायरैक्ट रिलेशन तुहानूं पेपर पूछा जा सकता क्योंकि मोस्ट इंपॉर्टेंट रिलेशनशिप है बिटवीन द हीट कैपेसिटी एट कॉन्सटेंट वॉल्यूम एंड कॉन्सटेंट प्रैशर। एन नंबर ऑफ मोल्स एन मल्टीप्लाई कर दो। ये डिफरेंस आया कातों आया ड्यू टू वर्क इनवॉल्व इन चेंजिंग इट्स वॉल्यूम, यानी जो तुम वॉल्यूम चेंज करने वर्क चाहिए इसलिए ये फर्क आया। एट कॉन्सटेंट वॉल्यूम तो कोई सानू वर्क डन करने की लोड़ नहीं पैंदी, देयरफॉर सारी हीट सप्लाई जी यूज़ हो जाती, हीट सप्लाई टू द सिस्टम इज़ यूज इनक्रीजिंग इट्स इंटरनल एनर्जी। बट जो तुम हाउ एवर कॉन्सटेंट प्रैशर देयर विल बी इनक्रीज इन वॉल्यूम ऑफ द सिस्टम एंड सम एक्सटर्नल वर्क तुहानूं ते करना पैना, ठीक है। सो एट कॉन्स्टेंट प्रेशर अ पार्ट ऑफ हीट एब्जॉर्ब्ड यूटिलाइज इन इंक्रीजिंग इट्स इंटरनल एनर्जी एंड पार्ट ऑफ हीट इज यूटिलाइज इन डूइंग द एक्सटर्नल वर्क। सो ये वर्क करके ही जो डिफरेंस आता है। सो कुछ तुहानूं एक्सट्रा जो वर्क आ वो सप्लाई करना पैना। नैक्सट एक क्वेश्चन देखो, अ स्विमिंग पूल कंटेन
1 into 10 power 5 ਲੀਟਰ ਵਾਟਰ। ਹਾਊ ਮਚ એનર્ਜੀ ਯੂ ਵਿਲ ਰਿਕੁਆਇਰ ਟੂ ਰਾਈਜ਼ ਦ ਟੈਂਪਰੇਚਰ। ਤੁਸੀਂ 20 ਤੋਂ 25 ਡਿਗਰੀ ਜਾਣਾ, ਟੈਂਪਰੇਚਰ ਕਿੰਨਾ ਚਾਹੀਦਾ, ਜਦ ਕਿ ਉਹਦੀ ਸਪੈਸੀਫਿਕ ਹੀਟ ਦੱਸੀ ਹੈ ਇੰਨੀ ਹੈਗੀ ਹੈ। ਸੋ ਸਿੰਪਲ ਹੈ ਨਾ, ਹੀਟ ਸਪਲਾਈਡ ਇਕੁਅਲ ਟੂ ਮਾਸ ਸਪੈਸੀਫਿਕ ਹੀਟ ਰਾਈਜ਼ਿੰਗ ਟੈਂਪਰੇਚਰ। ਫਾਰਮੂਲਾ ਦੱਸਿਆ ਹੀ ਨਾ ਤੁਹਾਨੂੰ, Q ਇਜ਼ ਇਕੁਅਲ ਟੂ MC/S ਡੈਲਟਾ T, ਲਾਸਟ ਦੇ ਵਿੱਚ ਯਾਦ ਹੋਵੇ ਤੁਹਾਨੂੰ। ਇਹ ਦੇਖੋ ਹੀਟ ਸਪਲਾਈਡ ਕਿੰਨੀ ਹੀਟ ਚਾਹੀਦੀ, ਮਾਸ ਸਪੈਸੀਫਿਕ ਹੀਟ ਅਤੇ ਰਾਈਜ਼ਿੰਗ ਟੈਂਪਰੇਚਰ। ਬਸ ਉਹ ਫਾਰਮੂਲਾ ਤੁਹਾਨੂੰ ਯਾਦ ਹੋਊਗਾ, ਤੁਸੀਂ ਉੱਥੇ ਵਿਦਿਨ ਦਾ ਸੈਕਿੰਡਸ ਇੱਦਾਂ ਦੇ ਸਮ ਕਰ ਦੇਣੇ ਆ। ਠੀਕ ਹੈ, ਆਪਾਂ ਪਹਿਲਾਂ ਹੀਟ ਕੱਢ ਲੈਂਦੇ ਹਾਂ। ਠੀਕ ਹੈ, ਸਾਫ ਫਾਰਮੂਲਾ ਲਗਾ ਕੇ। ਨੈਕਸਟ ਸਪੈਸੀਫਿਕ ਹੀਟ ਤੁਹਾਨੂੰ ਦੱਸੀ ਹੋਈ ਹੈ, ਡੈਲਟਾ T ਸਾਨੂੰ ਟੈਂਪਰੇਚਰ ਚੇਂਜ ਕਿੰਨਾ ਹੈ 5 ਡਿਗਰੀ, ਹੀਟ ਸਪਲਾਈਡ ਕੱਢ ਲਓ। ਠੀਕ ਹੈ, ਸੌਖਾ ਹੈਗਾ, ਕੁਛ ਔਖਾ ਨਹੀਂ ਹੈਗਾ, ਫਾਰਮੂਲਾ ਪਤਾ ਹੋਣਾ ਚਾਹੀਦਾ। ਠੀਕ ਹੈ, ਸੋ ਇੱਥੇ ਤੱਕ ਤੁਸੀਂ ਕਰ ਲੈਣਾ। ਜੇ ਵੀਡੀਓ ਪਸੰਦ ਹੈ ਮੈਨੂੰ ਲਾਈਕ ਐਂਡ ਕਮੈਂਟ ਕਰਕੇ ਦੱਸਣਾ। ਥੈਂਕਸ ਫॉर ਵਾਚਿੰਗ ਦ ਵੀਡੀਓ।